प्यारे बच्चों, वेरी गुड आफ्टरनून। बच्चों, तुसी ठीक हो? वेरी गुड। तुसी हमेशा खुश रहो। प्यारे बच्चों, ਅੱਜ ਅਸੀਂ ਪਾਠ 19 ਦਾਜ ਦੇ ਪੁਆੜੇ। ਦਾਜ ਕੀ ਹੁੰਦਾ ਹੈ ਬੱਚੋਂ? ਜਦੋਂ ਕਿਸੇ ਕੁੜੀ ਦੀ ਸ਼ਾਦੀ ਹੁੰਦੀ ਹੈ, ਉਸ ਦੇ ਮਾਪਿਆਂ ਵੱਲੋਂ ਜਿਹੜਾ ਉਸ ਨੂੰ ਸਨਮਾਨ ਦਿੱਤਾ ਜਾਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਦਾਜ। ਦਾਜ ਦੇ ਪੁਆੜੇ। ਪੁਆੜੇ ਕੀ ਹਨ? ਮੁਸੀਬਤ। ਪੁਆੜੇ ਕੀ ਹਨ? ਝਗੜੇ ਖੜੇ ਹੋਣਾ, ਕੋਈ ਮੁਸੀਬਤ ਆਉਣਾ। ਇਹ ਹੈ ਪਾਠ ਕਵਿਤਾ ਦਾਜ ਦੇ ਪੁਆੜੇ। ਪਿਆਰੇ ਬੱਚੋ, ਜਿਹੜਾ ਸਾਡਾ ਸਮਾਜ ਹੈ, ਇਸ ਸਮਾਜ ਵਿੱਚ ਕਈ ਬੁਰਾਈਆਂ ਹਨ। ਉਹਨਾਂ ਵਿੱਚੋਂ ਇੱਕ ਬੁਰਾਈ ਹੈ ਦਾਜ ਦੀ ਸਮੱਸਿਆ। ਕਿਹੜੀ ਸਮੱਸਿਆ ਬੱਚੋ? ਦਾਜ ਦੀ ਸਮੱਸਿਆ। ਜਿਹੜੇ ਮਾਪਿਆਂ ਕੋਲ ਪੈਸਾ ਜ਼ਿਆਦਾ ਹੁੰਦਾ ਹੈ, ਜਿਹੜੇ ਅਮੀਰ ਹੁੰਦੇ ਹਨ, ਉਹ ਤਾਂ ਆਪਣੀ ਕੁੜੀ ਨੂੰ ਦਾਜ ਮੁੰਡਿਆਂ ਦੇ ਮੁਤਾਬਿਕ ਦੇ ਸਕਦੇ ਹਨ। ਪਰ ਜਿਹੜੇ ਮਾਪਿਆਂ ਗਰੀਬ ਹੁੰਦੇ ਹਨ, ਜਿਨ੍ਹਾਂ ਕੋਲ ਪੈਸੇ ਦੀ ਕਮੀ ਹੈ, ਉਹ ਆਪਣੀ ਕੁੜੀਆਂ ਨੂੰ ਬਹੁਤਾ ਦਾਜ ਨਹੀਂ ਦੇ ਸਕਦੇ, ਜਿਸ ਦੇ ਨਾਲ ਕਈ ਪ੍ਰਕਾਰ ਦੇ ਯਾਤਨਾਵਾਂ, ਮੁਸੀਬਤਾਂ ਕੁੜੀਆਂ ਨੂੰ ਝੇਲਣੀਆਂ ਪੈਂਦੀਆਂ। ਕਈ ਵਾਰੀ ਕੀ ਹੁੰਦਾ ਹੈ ਕਿ ਦਾਜ ਦੇ ਕਾਰਨ ਹੀ ਪਰਿਵਾਰਾਂ ਵਿੱਚ ਝਗੜੇ ਹੋ ਜਾਂਦੇ ਹਨ। ਕਈ ਕਾਰਨ ਦਾਜ ਦੇ ਕਾਰਨ ਹੀ ਕਈ ਪ੍ਰਕਾਰ ਦੀਆਂ ਮੁਸੀਬਤਾਂ ਕੁੜੀਆਂ ਨੂੰ ਸਾਹਮਣਾ ਕਰਨੀਆਂ ਪੈਂਦੀਆਂ। ਇਹ ਸਾਡੇ ਸਮਾਜ ਲਈ ਇੱਕ ਲਾਨਤ ਹੈ। ਸਾਨੂੰ ਇਸ ਸਮਾਜ ਵਿੱਚ ਇਸ ਲਾਨਤ ਨੂੰ ਦੂਰ ਕਰਨਾ ਚਾਹੀਦਾ ਹੈ। ਅੱਜ ਅਸੀਂ ਇਸ ਕਵਿਤਾ ਵਿੱਚ ਦਾਜ ਦੇ ਪੁਆੜੇ, ਕਿ ਦਾਜ ਦੇ ਨਾਲ ਕਿਹੜੇ ਕਿਹੜੇ ਮੁਸੀਬਤ ਹੁੰਦੇ ਹਨ, ਇਸ ਕਵਿਤਾ ਦੇ ਵਿੱਚ ਪੜਾਂਗੇ। ਇਸ ਗੀਤ ਵਿੱਚ ਕਵੀ ਨੇ ਦਾਜ ਦੀ ਲਾਨਤ ਤੇ ਚਾਨਣਾ ਪਾਉਂਦਿਆਂ ਕਿਹਾ ਹੈ ਕਿ ਇਹਨਾਂ ਨੇ ਘਰ ਦੇ ਘਰ ਉਜਾੜ ਦਿੱਤੇ ਹਨ। ਇਸ ਤੋਂ ਕਾਬੂ ਪਾਣਾ ਚਾਹੀਦਾ ਹੈ ਤੇ ਇਹ ਕੁਰੀਤੀ ਸਮਾਜ ਦੇ ਮੱਥੇ ਤੇ ਕਲੰਕ ਹੈ। ਦਾਜ ਤੇ ਲਾਨਤ ਤੇ ਚਾਨਣਾ ਪਾਇਆ ਹੈ ਇਸ ਗੀਤ ਵਿੱਚ, ਤੇ ਇਸ ਨੇ ਲੋਕਾਂ ਦੇ ਲੱਖਾਂ ਘਰ ਬਰਬਾਦ ਕਰ ਦਿੱਤੇ ਹਨ, ਤੇ ਇਹ ਕੁਰੀਤੀ ਸਮਾਜ ਦੇ ਮੱਥੇ ਤੇ ਕੀ ਹੈ? ਕਲੰਕ ਹੈ। ਇੱਕ ਦਾਜ ਨੇਤਾ। ਹੁਣ ਬੱਚੋ, ਅਸੀਂ ਇਹ ਕਵਿਤਾ ਪੜਾਂਗੇ। ਤੁਸੀਂ ਸਾਰੇ ਬੱਚੇ ਆਪਣੀ ਪੰਜਾਬੀ ਪਾਠ ਪੁਸਤਕ ਦਾ पेज नंबर 111 निकालो। इस दाज ने तां ऐथे पाए बड़े पुआड़े। इस दाज ने इस समाज दे विच अनेक प्रकार दे झगड़े पैदा किते हन। वसते हुए हजारा घर इसने उजाड़े। उजाड़े की हुंदा? तबाह करना। उजाड़े की हुंदा? तबाह करना। इस दाज ने ਲੱਖਾਂ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ, ਤਬਾਹ ਕਰ ਦਿੱਤਾ ਹੈ। ਅੱਜ ਸਹੁਰੇ ਘਰ ਚ ਢਾਂਦੇ ਦੁੱਖ ਜਰਦੀਆਂ ਨੇ ਕੁੜੀਆਂ। ਅੱਜ ਸਹੁਰੇ ਘਰ ਵਿੱਚ ਢਾਂਦੇ ਦੁੱਖ ਜਰਦੀਆਂ ਨੇ ਕੁੜੀਆਂ। ਜਰਦੀਆਂ ਕੀ ਹੁੰਦਾ? ਸਹਿੰਦੀਆਂ ਨੇ। ਸਹੁਰਿਆਂ ਦੇ ਘਰ ਵਿੱਚ ਕੁੜੀਆਂ ਨੂੰ ਦਾਜ ਦੇ ਕਾਰਨ ਕਈ ਪ੍ਰਕਾਰ ਦੀਆਂ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਨਿਤ ਵੇਖੇ ਤਾਂ ਸੜ ਕੇ ਮਰਦੀਆਂ ਨੇ ਕੁੜੀਆਂ। ਨਿਤ ਵੇਖਦੇ ਹਾਂ ਸੜ ਕੇ ਮਰਦੀਆਂ ਨੇ ਕੁੜੀਆਂ। ਤੇ ਨਿਤ ਕੀ ਹੁੰਦਾ? ਹਰ ਰੋਜ਼ ਅਸੀਂ ਅਖਬਾਰਾਂ ਵਿੱਚ, ਟੀਵੀ ਵਿੱਚ ਨਿਊਜ਼ ਸੁਣਨੇ ਹਾਂ ਕਿ ਦਾਜ ਦੇ ਕਾਰਨ ਕੁੜੀ ਨੂੰ ਮਾਰ ਦਿੱਤਾ। ਤੇ ਕੀ ਹੈ? ਨਿਤ ਵੇਖਦੇ ਹਾਂ ਸੜ ਕੇ ਮਰਦੀਆਂ ਨੇ ਕੁੜੀਆਂ। ਅਸੀਂ ਹਰ ਰੋਜ਼ ਵੇਖਦੇ ਹਾਂ ਕਿ ਕਿਸ ਤਰ੍ਹਾਂ ਕੁੜੀਆਂ ਸੜ ਕੇ ਮਰ ਜਾਂਦੀਆਂ ਹਨ। ਇਹੋ ਹੈ ਬਾਤ ਜਿਹੜੀ ਸਾਡੇ ਦਿਲਾਂ ਨੂੰ ਸਾੜੇ। ਇਹੋ ਹੈ ਬਾਤ ਜਿਹੜੀ ਸਾਡੇ ਦਿਲਾਂ ਨੂੰ ਸਾੜੇ। ਕਵੀ ਆਖਦਾ ਹੈ ਇਹੀ ਗੱਲ ਹੈ
ਜਿਹੜੇ ਸਾਡੇ ਸਾਰੇ ਲੋਕਾਂ ਦੇ ਮਨ ਨੂੰ ਸਾੜੇ ਕੀ ਕਹਿੰਦਾ, ਦੁਖੀ ਕਰਦੀ ਹੈ। ਕੀ ਕਰਦੀ ਹੈ? ਦੁਖੀ ਕਰਦੀ ਹੈ। ਕਿਸ ਗੱਲ ਦਾ ਦੁੱਖ ਹੈ? ਕਿ ਦਾਜ ਦੇ ਕਾਰਨ ਕਈ ਪ੍ਰਕਾਰ ਦੀਆਂ ਮੁਸੀਬਤਾਂ ਕੁੜੀਆਂ ਨੂੰ ਸਹਿਣੀਆਂ ਪੈਂਦੀਆਂ ਹਨ। ਇਸ ਦਾਜ ਨੇ ਤਾਂ ਇੱਥੇ ਪਾਏ ਬੜੇ ਪੁਆੜੇ, ਤੇ ਇਸ ਦਾਜ ਨੇ ਇਸ ਸਮਾਜ ਵਿੱਚ ਬੜੇ ਪੁਆੜੇ, ਬੜੇ ਝਗੜੇ ਪਾਏ ਹਨ। ਮੁੰਡਿਆਂ ਦੇ ਮਾਪਿਓ ਤਾਂ ਹੁਣ ਬਣ ਗਏ ਵਪਾਰੀ, ਪੈਸੇ ਦੇ ਲੋਕ ਨੇ ਇਹਨਾਂ ਦੀ ਮੱਤ ਹੈ ਮਾਰੀ। ਮੁੰਡਿਆਂ ਦੇ ਮਾਪਿਓ, ਜਿਹੜੇ ਮੁੰਡਿਆਂ ਦੇ ਮਾਪਿਓ ਹਨ, ਉਹ ਕੀ ਬਣ ਗਏ ਹਨ? ਵਪਾਰੀ ਬਣ ਗਏ ਹਨ। ਵਪਾਰੀ ਕੀ ਹੁੰਦਾ? ਵਪਾਰ ਕਰਨ ਵਾਲਾ, ਜਿਹੜਾ ਆਪਣੇ ਮੂੰਹੋਂ ਮੰਗੇ ਕਿ ਮੈਂ ਮੁੰਡੇ ਦੀ ਸ਼ਾਦੀ ਵਿੱਚ ਇੰਨਾ ਪੈਸਾ ਲਵਾਂਗਾ, ਮੈਂ ਮੁੰਡੇ ਦੀ ਸ਼ਾਦੀ ਵਿੱਚ ਇੰਨਾ ਦਾਜ ਲੈਣਾ ਹੈ। ਉਹ ਕੌਣ ਹਨ? ਵਪਾਰੀ। ਵਪਾਰੀ ਕੌਣ ਹੁੰਦਾ? ਜਿਹੜਾ ਸੌਦਾਬਾਜ਼ੀ ਕਰਦਾ ਹੈ। ਕਵੀ ਆਖਦਾ ਹੈ ਕਿ ਮੁੰਡਿਆਂ ਦੇ ਜਿਹੜੇ ਮਾਪਿਓ ਹਨ, ਅੱਜ ਉਹ ਵਪਾਰੀ ਬਣ ਗਏ ਹਨ, ਤੇ ਪੈਸੇ ਦੇ ਲੋਭ ਕੀ ਹੁੰਦਾ? ਲਾਲਚ। ਪੈਸੇ ਦੇ ਲਾਲਚ ਵਿੱਚ ਆ ਕੇ ਉਹ ਕਈ ਪ੍ਰਕਾਰ ਦੇ ਪੁਆੜੇ ਪਾਉਂਦੇ ਹਨ। ਪੈਸੇ ਦੇ ਲੋਭ ਹੈ ਇਹਨਾਂ ਦੀ ਮੱਤ ਮਾਰੀ, ਤੇ ਪੈਸੇ ਦੇ ਲਾਲਚ ਦੇ ਕਾਰਨ ਇਹਨਾਂ ਦੀ ਜਿਹੜੀ ਅਕਲ ਹੈ ਉਹ ਖਰਾਬ ਹੋ ਗਈ ਹੈ। ਤਾਓ ਇਹ ਇੰਨੇ ਮਹਿੰਗੀ ਵਿਕਦੇ ਪਏ ਨੇ ਲਾੜੇ। ਲਾੜੇ ਕੀ ਹੁੰਦਾ? ਦੁੱਲੇ। ਤਾਓ ਇਸੇ ਕਰਕੇ ਜਿਹੜੇ ਦੁੱਲੇ ਹਨ ਉਹ ਬੜੇ ਮਹਿੰਗੇ ਵਿਕ ਰਹੇ ਹਨ। ਅਰਥਾਤ ਕੋਈ ਚੰਗਾ ਮੁੰਡਾ ਢੂੰਡਣਾ ਪਏ ਤੇ ਉਸ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ। ਇਸ ਦਾਜ ਨੇ ਤਾਂ ਇੱਥੇ ਪਾਏ ਬੜੇ ਪੁਆੜੇ, ਤੇ ਇਸ ਦਾਜ ਨੇ ਇਸ ਸਮਾਜ ਵਿੱਚ ਅਨੇਕ ਪ੍ਰਕਾਰ ਦੇ ਪੁਆੜੇ ਪਾਏ ਹਨ। ਕੋਈ ਦਾਜ ਵਿੱਚ ਸਕੂਟਰ ਤੇ ਕੋਈ ਕਾਰ ਮੰਗੇ, ਕੋਈ ਫਰਿੱਜ ਟੀਵੀ ਰੰਗਦਾਰ ਮੰਗੇ। ਕੋਈ ਦਾਜ ਦੇ ਵਿੱਚ ਸਕੂਟਰ ਦੀ ਮੰਗ ਕਰਦਾ ਹੈ, ਕੋਈ ਕਾਰ ਦੀ ਮੰਗ ਕਰਦਾ ਹੈ, ਕੋਈ ਕਹਿੰਦਾ ਹੈ ਕਿ ਉਸਨੂੰ ਫਰਿੱਜ ਚਾਹੀਦਾ ਹੈ, ਕੋਈ ਆਖਦਾ ਹੈ ਕਿ ਉਸਨੂੰ ਰੰਗੀਨ ਟੀਵੀ ਚਾਹੀਦਾ ਹੈ। ਕੁੜੀਆਂ ਦੇ ਮਾਪਿਓ ਨੂੰ ਲੁੱਟਣ ਪਏ ਦਿਨ ਦਿਹਾੜੇ, ਤੇ ਜਿਹੜੇ ਕੁੜੀਆਂ ਦੇ ਮਾਪਿਓ ਹਨ ਉਸ ਨੂੰ ਮੁੰਡੇ ਵਾਲੇ ਦਿਨ ਰਾਤ ਲੁੱਟਦੇ ਰਹਿੰਦੇ ਹਨ। ਅਰਥਾਤ ਆਪਣੀਆਂ ਮੰਗਾਂ ਰੱਖਦੇ ਰਹਿੰਦੇ ਹਨ। ਇਸ ਦਾਜ ਨੇ ਤਾਂ ਇੱਥੇ ਪਾਏ ਬੜੇ ਪੁਆੜੇ, ਤੇ ਇਸ ਪ੍ਰਕਾਰ ਜਿਹੜਾ ਦਾਜ ਦੀ ਇਹ ਲਾਨਤ ਹੈ, ਇਸ ਨੇ ਸਮਾਜ ਵਿੱਚ ਕਈ ਪੁਆੜੇ ਪਾਏ ਹਨ। ਮੁਸ਼ਕਲ ਬੜੀ ਬਣੀ ਹੈ ਕੁੜੀਆਂ ਵਿਚਾਰੀਆਂ ਨੂੰ, ਮੁਸ਼ਕਲ ਬੜੀ ਬਣੀ ਹੈ ਕੁੜੀਆਂ ਵਿਚਾਰੀਆਂ ਨੂੰ, ਦੇਈਏ ਅਸੀਂ ਦਿਲਾਸਾ ਹੁਣ ਬੇਸਹਾਰੀਆਂ ਨੂੰ। ਮੁਸ਼ਕਲ ਬੜੀ ਹੈ, ਵਿਚਾਰੀ ਕੁੜੀਆਂ ਨੂੰ ਬੜੀ ਮੁਸ਼ਕਲ ਬਣੀ ਹੋਈ ਹੈ। ਦੇਈਏ ਅਸੀਂ ਦਿਲਾਸਾ, ਅਸੀਂ ਇਹਨਾਂ ਕੁੜੀਆਂ ਨੂੰ ਬੇਸਹਾਰਾ, ਜਿਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਹੈ, ਉਹਨਾਂ ਨੂੰ ਅਸੀਂ ਹੌਸਲਾ ਦੇਈਏ। ਜੋ ਸਾਡੇ ਅੱਗੇ ਰੋ ਰੋ ਕੇ ਕੱਢਦੀਆਂ ਨੇ ਹਾੜੇ। ਹਾੜੇ ਕੀ ਹੁੰਦਾ? ਮਿੰਨਤਾਂ ਕਰਦੀਆਂ ਹਨ। ਜਿਹੜਾ ਕਿ ਸਾਡੇ ਅੱਗੇ ਰੋ ਰੋ ਕੇ ਮਿੰਨਤਾਂ ਕਰਦੀਆਂ ਹਨ, ਆਪਣੇ ਗਲ ਹਾੜੇ ਕਰਦੀਆਂ ਹਨ, ਸਾਨੂੰ ਰੋ ਰੋ ਕੇ ਕੀ ਕਰਦੀਆਂ ਹਨ? ਮਿੰਨਤਾਂ ਕਰਦੀਆਂ ਹਨ। ਮਿੰਨਤਾਂ ਕੀ ਹੁੰਦੀ ਹੈ? ਕਿ ਕਿਸੇ ਗੱਲ ਨੂੰ ਬਾਰ-ਬਾਰ ਆਖਦੀਆਂ ਹਨ। ਇਸ ਦਾਜ ਨੇ ਇੱਥੇ ਪਾਏ ਬੜੇ ਪੁਆੜੇ, ਤੇ ਇਸ ਦਾਜ ਨੇ ਸਮਾਜ ਦੇ ਵਿੱਚ ਅਨੇਕ ਪ੍ਰਕਾਰ ਦੇ ਪੁਆੜੇ ਪਾਏ ਹੋਏ ਹਨ। ਚਲਦੇ ਪਏ ਨੇ ਜੋ ਇੱਥੇ ਭੈੜੇ ਰਿਵਾਜ ਬਦਲੋ। ਇਸ ਕਵਿਤਾ ਦੀ ਅੰਤਮ ਪੰਕਤੀਆਂ ਵਿੱਚ ਕਵੀ ਆਖਦਾ ਹੈ ਕਿ ਇੱਥੇ ਚਲਦੇ ਪਏ ਨੇ ਜਿਹੜੇ ਇਹ ਰਿਵਾਜ ਭੈੜੇ ਕੀ ਬੁਰੇ, ਜਿਹੜੇ ਇਹ ਬੁਰੇ ਰਿਵਾਜ ਰਸਮਾਂ ਚਲਦੀਆਂ ਪਈਆਂ ਹਨ, ਸਾਨੂੰ ਇਸ ਨੂੰ ਬਦਲਣਾ ਚਾਹੀਦਾ ਹੈ। ਇਹ ਵਿਗੜਿਆ ਪਿਆ ਇਹ ਸਾਰਾ ਸਮਾਜ ਬਦਲੋ, ਤੇ ਇਹ ਸਮਾਜ ਜਿਹੜਾ ਦਾਜ ਦੇ ਲਾਲਚ ਦੇ ਵਿੱਚ ਵਿਗੜਿਆ ਪਿਆ ਹੈ, ਸਾਨੂੰ ਇਸ ਨੂੰ ਬਦਲਣਾ ਚਾਹੀਦਾ ਹੈ। ਪੂਰੇ ਸਮਾਜ ਨੂੰ ਬਦਲਣਾ ਚਾਹੀਦਾ ਹੈ। ਜੇ ਅਮਰ ਪਾ ਰਿਹਾ ਹੈ ਸਾਡੇ ਦਿਲਾਂ ਵਿੱਚ ਪਾੜੇ, ਅਮਰ ਪਾ ਰਿਹਾ ਹੈ ਦਿਲ ਵਿੱਚ ਪਾੜੇ ਪਾਉਣਾ, ਦਿਲ ਵਿੱਚ ਫਰਕ ਪਾਉਣਾ। ਜੋ ਅਮਰ ਪਾ ਰਿਹਾ ਹੈ ਸਾਡੇ ਦਿਲਾਂ ਵਿੱਚ ਪਾੜੇ,
ਇਹ ਜਿਹੜੀ ਦਾਜ ਦੀ ਲਾਨਤ ਹੈ ਇਹ ਸਾਡੇ ਦਿਲਾਂ ਦੇ ਵਿੱਚ ਫਰਕ ਪੈਦਾ ਕਰਦੀ ਹੈ। ਇਸ ਦਾਜ ਨੇ ਤਾਂ ਇੱਥੇ ਪਾਏ ਬੜੇ ਪੁਆੜੇ, ਤੇ ਇਸ ਦਾਜ ਨੇ ਇਸ ਸਮਾਜ ਵਿੱਚ ਅਨੇਕ ਪ੍ਰਕਾਰ ਦੇ ਪੁਆੜੇ ਪਾਏ ਹਨ। ਬੱਚੋ, ਇਹ ਸੀ ਦਾਜ ਦੀ ਲਾਨਤ, ਦਾਜ ਦੇ ਪੁਆੜੇ ਕਵਿਤਾ, ਜਿਸ ਵਿੱਚ ਕਵੀ ਨੇ ਦਾਜ ਦੀ ਇੱਕ ਲਾਨਤ ਨੂੰ ਬਿਆਨ ਕੀਤਾ ਹੈ ਕਿ ਜਿਹੜੇ ਦਾਜ ਦੇ ਪੁਆੜੇ ਹਨ ਉਹ ਕਿਸ ਤਰ੍ਹਾਂ ਘਰਾਂ ਦੇ ਘਰ ਤਬਾਹ ਕਰ ਦਿੰਦੇ ਹਨ। ਦਾਜ ਦੇ ਪੁਆੜੇ ਕਵਿਤਾ ਬੱਚੋ ਸੁਰਜੀਤ ਸਿੰਘ ਅਮਰ ਦੀ ਹੈ। ਸੋ ਕਿਸ ਦੀ ਹੈ? ਸੁਰਜੀਤ ਸਿੰਘ ਅਮਰ ਦੀ। ਇਸ ਕਵਿਤਾ ਦਾ ਇੱਕ ਵਾਰੀ ਅਸੀਂ ਸਾਰ ਦੇ ਰੂਪ ਵਿੱਚ ਦੁਬਾਰਾ ਤੋਂ ਕਰਨੀ ਹੈ ਕਿ ਇਸ ਕਵਿਤਾ ਵਿੱਚ ਕਵੀ ਨੇ ਦਾਜ ਦੇ ਪੁਆੜਿਆਂ ਬਾਰੇ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਦਾਜ ਦੇ ਲਾਲਚ ਦੇ ਵਿੱਚ ਲੱਖਾਂ ਘਰ ਰੋਜ਼ ਤਬਾਹ ਹੋ ਜਾਂਦੇ ਹਨ, ਅਤੇ ਜਿਹੜਾ ਦਾਜ ਹੈ ਇਹ ਸਾਡੀ ਸਮਾਜ ਦੇ ਵਿੱਚ ਇੱਕ ਕਲੰਕ ਹੈ। ਕਵੀ ਆਖਦਾ ਹੈ ਕਿ ਇਸ ਦਾਜ ਨੇ ਲੱਖਾਂ ਲੋਕਾਂ ਦੇ ਘਰ ਉਜਾੜ ਦਿੱਤੇ ਹਨ, ਅਤੇ ਸਹੁਰੇ ਦੇ ਘਰ ਕੁੜੀਆਂ ਨੂੰ ਅਨੇਕ ਪ੍ਰਕਾਰ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਰੋਜ਼ ਕਈ ਕੁੜੀਆਂ ਦਾਜ ਦੇ ਕਾਰਨ ਸੜ ਕੇ ਮਰ ਜਾਂਦੀਆਂ ਹਨ। ਇਹ ਜਿਹੜੀ ਗੱਲ ਹੈ ਸਾਡੇ ਦਿਲ ਨੂੰ ਬੜਾ ਦੁੱਖ ਦਿੰਦੀ ਹੈ। ਜਿਹੜੇ ਮੁੰਡਿਆਂ ਦੇ ਮਾਪਿਓ ਹਨ ਹੁਣ ਉਹ ਵਪਾਰੀ ਬਣ ਗਏ ਹਨ, ਅਤੇ ਪੈਸੇ ਦੇ ਲਾਲਚ ਦੇ ਕਾਰਨ ਉਹਨਾਂ ਦੀ ਅਕਲ ਵੀ ਖਰਾਬ ਹੋ ਗਈ ਹੈ। ਇਸ ਕਰਕੇ ਜਿਹੜੇ ਅੱਜ ਦੇ ਦੁੱਲੇ ਹਨ ਉਹ ਵੀ ਬੜੇ ਮਹਿੰਗੇ ਭਾਵ ਵਿਕਦੇ ਹਨ। ਇਸ ਦਾਜ ਨੇ ਸਾਡੇ ਸਮਾਜ ਵਿੱਚ ਪੁਆੜੇ ਪਾਏ ਹਨ। ਦਾਜ ਦੇ ਲਾਲਚ ਦੇ ਵਿੱਚ ਕੋਈ ਸਕੂਟਰ ਦੀ ਮੰਗ ਕਰਦਾ ਹੈ, ਕੋਈ ਕਾਰ ਦੀ, ਕੋਈ ਟੀਵੀ ਦੀ, ਅਤੇ ਕੋਈ ਰੰਗਦਾਰ ਫਰਿੱਜ ਦੀ ਮੰਗ ਕਰਦਾ ਹੈ, ਅਤੇ ਇਸ ਪ੍ਰਕਾਰ ਉਹ ਕੁੜੀਆਂ ਦੇ ਮਾਪਿਓ ਨੂੰ ਦਿਨ ਦਿਹਾੜੇ ਲੁੱਟਦੇ ਰਹਿੰਦੇ ਹਨ। ਕੁੜੀਆਂ ਨੂੰ ਅਨੇਕ ਪ੍ਰਕਾਰ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਸਭ ਨੂੰ ਉਹਨਾਂ ਨੂੰ ਦਿਲਾਸਾ ਦੇਣਾ ਚਾਹੀਦਾ ਹੈ ਕਿ ਜੋ ਸਾਡੇ ਅੱਗੇ ਰੋ ਰੋ ਕੇ ਆਪਣੇ ਦਿਲ ਦੀ ਗੱਲ ਦੱਸਦੀਆਂ ਹਨ। ਕਵੀ ਆਖਦਾ ਹੈ ਸਾਨੂੰ ਸਭ ਨੂੰ ਮਿਲ ਕੇ ਇਸ ਬੁਰੇ ਰਿਵਾਜ ਨੂੰ ਬਦਲਣਾ ਚਾਹੀਦਾ ਹੈ, ਅਤੇ ਇਸ ਵਿਗੜੇ ਹੋਏ ਸਮਾਜ ਨੂੰ ਲਾਲਚ ਰੂਪੀ ਜਿਹੜਾ ਦਾਜ ਦੀ ਉਹਨਾਂ ਦੀ ਮੰਗ ਹੈ ਉਸ ਨੂੰ ਬਦਲਣਾ ਚਾਹੀਦਾ ਹੈ, ਕਿਉਂਕਿ ਇਹ ਦਾਜ ਦੇ ਕਾਰਨ ਮਨੁੱਖਾਂ ਦੇ ਦਿਲਾਂ ਵਿੱਚ ਫਰਕ ਪੈਦਾ ਹੋ ਜਾਂਦਾ ਹੈ। ਇਹ ਸੀ ਬੱਚੋ ਇਸ ਕਵਿਤਾ ਦਾ ਸਾਰ। ਹੁਣ ਅਸੀਂ ਬੱਚੋ ਇਸ ਕਵਿਤਾ ਦੇ ਔਖੇ ਸ਼ਬਦਾਂ ਦੇ ਅਰਥ ਕਰਾਂਗੇ, ਜਿਹੜੇ ਕਿ ਅਸੀਂ ਨਾਲ ਨਾਲ ਵੀ ਕੀਤੇ ਹਨ। ਇੱਕ ਵਾਰੀ ਅਸੀਂ ਦੁਬਾਰਾ ਕਰਾਂਗੇ। ਪੁਆੜੇ ਪਾਉਣਾ, ਝਗੜੇ ਖੜੇ ਕਰਨਾ। ਪੁਆੜੇ ਪਾਉਣਾ, ਝਗੜੇ ਖੜੇ ਕਰਨਾ। ਉਜਾੜੇ ਤਬਾਹ ਕੀਤੇ, ਉਜਾੜੇ ਤਬਾਹ ਕੀਤੇ। ਜਰਦਿਆਂ ਸਹਿੰਦਿਆਂ, ਜਰਦਿਆਂ ਸਹਿੰਦਿਆਂ। ਸਾੜੇ ਦੁਖੀ ਕਰੇ, ਸਾੜੇ ਦੁਖੀ ਕਰੇ। ਲੋਭ ਲਾਲਚ, ਲੋਭ ਲਾਲਚ। ਮੱਤ ਮਾਰਨੀ ਅਕਲ ਮਾਰ ਦੇਣੀ, ਮੱਤ ਮਾਰਨੀ ਅਕਲ ਮਾਰ ਦੇਣੀ। ਲਾੜੇ ਦੂਲੇ, ਲਾੜੇ ਦੂਲੇ। ਦਿਲਾਸਾ ਹੌਸਲਾ, ਦਿਲਾਸਾ ਹੌਸਲਾ। ਬੇਸਹਾਰਿਆਂ ਜਿਨ੍ਹਾਂ ਦਾ ਕੋਈ ਸਹਾਰਾ ਨਾ ਹੋਵੇ, ਬੇਸਹਾਰਿਆਂ ਜਿਨ੍ਹਾਂ ਦਾ ਕੋਈ ਸਹਾਰਾ ਨਾ ਹੋਵੇ। ਹਾੜੇ ਕੱਢਣੇ ਮਿੰਨਤਾਂ ਕਰਨੀਆਂ, ਹਾੜੇ ਕੱਢਣੇ ਮਿੰਨਤਾਂ ਕਰਨੀਆਂ। ਰਿਵਾਜ ਰਸਮ, ਰਿਵਾਜ ਰਸਮ। ਦਿਲ ਵਿੱਚ ਪਾੜੇ ਪਾਉਣਾ, ਦਿਲਾਂ ਵਿੱਚ ਫਰਕ ਪਾਉਣਾ। ਦਿਲ ਵਿੱਚ ਪਾੜੇ ਪਾਉਣਾ, ਦਿਲਾਂ ਵਿੱਚ ਫਰਕ ਪਾਉਣਾ। ਇਹ ਸੀ ਬੱਚੋ ਇਸ ਪਾਠ ਦੇ ਔਖੇ ਸ਼ਬਦਾਂ ਦੇ ਅਰਥ।